वैनकूवर ਦੇ ਵਿੱਚ ਪੰਜਾਬੀ ਮਾਰਕੀਟ ਜਿਹੜੀ ਮੇਨ ਸਟਰੀਟ ਦੇ ਉੱਪਰ ਹੈ ਬਹੁਤ ਜ਼ਿਆਦਾ ਫੇਮਸ ਹੈ ਕਿਉਂਕਿ ਇੱਕ ਉਹੀ ਸਟਰੀਟ ਹੁੰਦੀ ਸੀ ਬਹੁਤ ਸਾਲ ਪਹਿਲਾਂ ਜਿੱਥੇ ਕਿ ਪੰਜਾਬੀ ਸ਼ਾਪਿੰਗ ਹੋ ਸਕਿਆ ਕਰਦੀ। ਉਸ ਪੰਜਾਬੀ ਮਾਰਕੀਟ ਦੇ ਵਿੱਚ ਕੱਲ ਰਾਤ ਤਕਰੀਬਨ ਅੱਧੀ ਰਾਤ ਨੂੰ ਇੱਕ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਉੱਥੇ ਰਾਤ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜੋ ਰਿਪੋਰਟਸ ਦੱਸਦੀਆਂ ਨੇ ਜਿਵੇਂ ਕਿ ਗੋਲੀਆਂ ਚੱਲੀਆਂ। बहुत ज़्यादा वड्डी तादाद ਦੇ ਵਿੱਚ ਉੱਥੇ ਪੁਲਿਸ ਡਿਪਾਰਟਮੈਂਟ ਜਿਹੜਾ ਉੱਥੇ ਪਹੁੰਚਿਆ। ਸਾਰੀ ਜਗ੍ਹਾ ਦੇ ਉੱਪਰ ਟੇਪ ਲਗਾਤੀ ਗਈ ਔਰ ਨਾਲ ਇਹ ਵੀ ਸੁਣਨ ਦੇ ਵਿੱਚ ਆਇਆ ਹੈਗਾ ਕਿ ਉੱਥੋਂ ਇੱਕ ਬਾਡੀ ਵੀ ਜਿਹੜੀ ਹੈ ਉਹ ਐਂਬੂਲੈਂਸ ਦੇ ਵਿੱਚ ਲੈ ਕੇ ਜਾਈ ਗਈ। ਹਾਲ ਦੀ ਘੜੀ ਇਹ ਤਾਂ ਨਹੀਂ ਕਹਿ ਸਕਦੇ ਕਿ ਹੋਇਆ ਕੀ, ਲੇਕਿਨ ਗੋਲੀਆਂ ਚੱਲਣ ਦੀ ਆਵਾਜ਼ ਸੀ। ਉਸ ਤੋਂ ਬਾਅਦ ਇੱਕ ਬਾਡੀ ਦਾ ਜਾਣਾ, BC ਕਰੋਨਰ ਸਰਵਿਸਿਜ਼ ਦਾ ਆਉਣਾ, ਸਾਰੀ ਰਾਤ ਉੱਥੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਰਹਿਣਾ। खदशा है कि कोई ना कोई हादसा कल रात BC जी वैनकूवर की पंजाबी मार्केट है ਉਹਦੇ ਵਿੱਚ ਵਾਪਰਿਆ ਹੋਇਆ ਲੱਗਦਾ। गुड मॉर्निंग कैनेडा एंड वेलकम टू द मॉर्निंग शो। चैनल पंजाबी वेख रहे सारे दर्शकों का निघा स्वागत। मैं तुहाडी अपनी मेज़बान अमृत भट्टी। दोस्तों अज मंगलवार का दिन है जी। बहुत ही खूबसूरत दिन जिहड़ा हैगा अज BC ਦੇ ਵਿੱਚ ਲੱਗਿਆ ਹੋਇਆ। बहुत देर तो ਅਸੀਂ ਵੇਟ ਕਰਦੇ ਰਹੇ ਹਾਂ कि ਹੁਣ ਸਮਰ ਆਏਗੀ लेकिन हाले तक समर ਜਿਹੜੀ ਹੈ ਉਹ ਕਿਤੇ ਬਹੁਤ ਹੀ ਜ਼ਿਆਦਾ ਨਜ਼ਰ ਨਹੀਂ ਸੀ ਆਈ। ਹਮੇਸ਼ਾ ਹੀ ਬੂੰਦਾਬਾਂਦੀ ਜਿਹੜੀ ਹੈ ਵੈਨਕੂਵਰ ਦੇ ਵਿੱਚ ਔਰ ਤਕਰੀਬਨ ਸਾਰੇ BC ਦੇ ਵਿੱਚ ਚੱਲਦੀ ਰਹੀ ਹੈ। ਲੇਕਿਨ ਹੁਣ ਇਸ ਤਰ੍ਹਾਂ ਲੱਗਣ ਲੱਗ ਗਿਆ ਜਦੋਂ ਸਵੇਰ ਸਵੇਰੇ ਸੂਰਜ ਚੜ੍ਹਦਾ, ਜਿਸ ਤਰ੍ਹਾਂ ਕਿ ਸਾਡੇ ਸੈੱਟ ਦੇ ਵਿੱਚ ਵੀ ਚੜ੍ਹਦਾ ਹੈਗਾ ਕਿ ਸੱਚੀ ਮੁੱਚੀ ਸਮਰ ਆ ਗਈ ਹੈ। ਵੱਲ ਜਿਹੜਾ ਵੈਦਰ ਹੈ ਸਾਰਾ ਇਸ ਵੀਕ ਜਿਹੜਾ ਪੂਰੀ ਧੁੱਪ ਰਹੇਗੀ। ਬਹੁਤ ਖੂਬਸੂਰਤ ਵੈਦਰ ਹੈ ਔਰ ਐਸੇ ਤਰੀਕੇ BC ਦੇ ਵਿੱਚ ਤਾਂ ਜੀ ਤਕਰੀਬਨ ਰਹਿਣਾ 28 ਡਿਗਰੀਜ਼ ਦੇ ਨੇੜੇ, ਬਟ ਟੋਰਾਂਟੋ ਦੇ ਵਿੱਚ 32 ਡਿਗਰੀਜ਼ ਦੇ ਨੇੜੇ ਟੈਂਪਰੇਚਰ, 32 ਡਿਗਰੀਜ਼ ਸੈਲਸੀਅਸ। ਐਨੀ ਹਾਓ ਅੱਗੇ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੀ ਅੱਜ ਖਬਰਸਾਰ ਹੈ ਉਹਦੇ ਵਿੱਚ ਇੱਕ ਖਾਸ ਖਬਰ ਜਿਹੜੀ ਹੁਣੇ ਆਈ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਵੈਨਕੂਵਰ ਦੇ ਵਿੱਚ ਪੰਜਾਬੀ ਮਾਰਕੀਟ ਜਿਹੜੀ ਮੇਨ ਸਟਰੀਟ ਦੇ ਉੱਪਰ ਹੈ ਬਹੁਤ ਜ਼ਿਆਦਾ ਫੇਮਸ ਹੈ ਕਿਉਂਕਿ ਇੱਕ ਉਹੀ ਸਟਰੀਟ ਹੁੰਦੀ ਸੀ ਬਹੁਤ ਸਾਲ ਪਹਿਲਾਂ ਜਿੱਥੇ ਕਿ ਪੰਜਾਬੀ ਸ਼ਾਪਿੰਗ ਹੋ ਸਕਿਆ ਕਰਦੀ ਸੀ। ਹੁਣ ਤੱਕ ਖੈਰ ਸਰੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਬਾਜ਼ਾਰ ਬਣ ਗਏ ਨੇ, ਲੇਕਿਨ ਉਸ ਪੰਜਾਬੀ ਮਾਰਕੀਟ ਦੇ ਵਿੱਚ ਕੱਲ ਰਾਤ ਤਕਰੀਬਨ ਅੱਧੀ ਰਾਤ ਨੂੰ ਇੱਕ ਕੋਈ ਹਾਦਸਾ ਵਾਪਰਨ ਦਾ ਖਦਸ਼ਾ ਹੈ। ਉਸ ਵਕਤ ਹੋਇਆ ਕੀ ਕਹਿੰਦੇ ਕਿ ਉੱਥੇ ਰਾਤ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜੋ ਰਿਪੋਰਟਸ ਦੱਸਦੀਆਂ ਨੇ ਜਿਵੇਂ ਕਿ ਗੋਲੀਆਂ ਚੱਲੀਆਂ ਹੋਣ। ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਤੋਂ ਬਾਅਦ ਉੱਥੇ ਦੇ ਵਸਨੀਕਾਂ ਨੇ ਦੱਸਿਆ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਉੱਥੇ ਪੁਲਿਸ ਡਿਪਾਰਟਮੈਂਟ ਜਿਹੜਾ ਉੱਥੇ ਪਹੁੰਚਿਆ। ਸਾਰੀ ਜਗ੍ਹਾ ਦੇ ਉੱਪਰ ਟੇਪ ਲਗਾਤੀ ਗਈ ਔਰ ਨਾਲ ਇਹ ਵੀ ਸੁਣਨ ਦੇ ਵਿੱਚ ਆਇਆ ਹੈਗਾ ਕਿ ਉੱਥੋਂ ਇੱਕ ਬਾਡੀ ਵੀ ਜਿਹੜੀ ਹੈ ਉਹ ਐਂਬੂਲੈਂਸ ਦੇ ਵਿੱਚ ਲੈ ਕੇ ਜਾਈ ਗਈ ਹੈ। ਔਰ ਉਸ ਤੋਂ ਬਾਅਦ ਕਰੋਨਰ ਸਰਵਿਸਿਜ਼ BC ਕਰੋਨਰ ਸਰਵਿਸਿਜ਼ ਜਿਹੜੀਆਂ ਨੇ ਉਹ ਪੰਜਾਬੀ ਮਾਰਕੀਟ ਦੇ ਵਿੱਚ ਉੱਥੇ ਪਹੁੰਚੀਆਂ। ਉਹਨਾਂ ਨੇ ਹਲੇ ਆਪਣੇ ਬਿਆਨ ਜਿਹੜੇ ਨੇ ਉਹ ਕੋਈ ਵੀ ਜਾਰੀ ਨਹੀਂ ਕੀਤੇ ਹੈਗੇ, ਲੇਕਿਨ ਸਵੇਰ ਤੱਕ ਵੀ ਉੱਥੇ ਪੰਜਾਬੀ ਮਾਰਕੀਟ ਦੇ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 7:30 ਵਜੇ ਤੱਕ ਵੀ ਉੱਥੇ ਸਾਰੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟ ਵੱਲੋਂ ਯੈਲੋ ਟੇਪ ਲੱਗੀ ਹੋਈ ਸੀ। ਹਾਲ ਦੀ ਘੜੀ ਇਹ ਤਾਂ ਨਹੀਂ ਕਹਿ ਸਕਦੇ ਕਿ ਹੋਇਆ ਕੀ ਹੈ, ਲੇਕਿਨ ਗੋਲੀਆਂ ਚੱਲਣ ਦੀ ਆਵਾਜ਼ ਸੀ। ਉਸ ਤੋਂ ਬਾਅਦ ਇੱਕ ਬਾਡੀ ਦਾ ਜਾਣਾ, BC ਕਰੋਨਰ ਸਰਵਿਸਿਜ਼ ਦਾ ਆਉਣਾ, ਸਾਰੀ ਰਾਤ ਉੱਥੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਰਹਿਣਾ। ਖਦਸ਼ਾ ਹੈ ਕਿ ਕੋਈ ਨਾ ਕੋਈ ਹਾਦਸਾ ਕੱਲ ਰਾਤ BC ਜਿਹੜੀ ਵੈਨਕੂਵਰ ਦੀ ਪੰਜਾਬੀ ਮਾਰਕੀਟ ਹੈ ਉਹਦੇ ਵਿੱਚ ਵਾਪਰਿਆ ਹੋਇਆ ਲੱਗਦਾ ਹੈ। ਵੱਲ ਅੱਗੇ ਜਦੋਂ ਵੀ ਇਹ ਸਾਰੀਆਂ ਖਬਰਸਾਰ ਜਿਹੜੀ ਹੈ ਇਹਦੀ ਅਪਡੇਟ ਹੁੰਦੀ ਰਹਿੰਦੀ ਹੈ ਤਾਂ ਉਸ ਵੇਲੇ ਅਸੀਂ ਇਹ ਸਾਰੀ ਖਬਰ ਜਿਹੜੀ ਹੈ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਹੋਇਆ ਅਸਲ ਦੇ ਵਿੱਚ ਕੀ ਸੀ। ਐਨੀ ਹਾਓ ਹੋਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਅੱਜ ਸਾਡੇ ਕੋਲੇ ਹੈਗੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ। ਦੋਸਤੋ ਕੋਰੋਨਾ ਵਾਇਰਸ ਦੇ ਕਰਕੇ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ ਇੱਕ ਠਹਿਰਾਅ ਹੈ ਜਿਹੜਾ ਉਹ ਮਹਿਸੂਸ ਕੀਤਾ ਗਿਆ। ਸਾਰੇ ਬਾਰਡਰਸ ਬੰਦ ਨੇ, ਸਾਰੇ ਏਅਰਲਾਈਨਸ ਬੰਦ ਨੇ, ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਨੇ। ਔਰ ਜੇ ਅਸੀਂ ਕੈਨੇਡਾ ਤੇ US ਉਹ ਬਾਰਡਰਸ ਦੀ ਗੱਲਬਾਤ ਕਰਦੇ ਹਾਂ ਤਾਂ ਉਹ ਤਕਰੀਬਨ ਮਾਰਚ 21 ਤੋਂ ਆਲਰੇਡੀ ਬੰਦ ਹੈ। ਮਾਰਚ 21 ਤੋਂ ਬਾਅਦ ਹਰ ਇੱਕ ਮਹੀਨੇ 21 ਤਰੀਕ ਤੋਂ ਕੁਝ ਦਿਨ ਪਹਿਲਾਂ ਇਸ ਨੂੰ ਦੁਬਾਰਾ ਐਕਸਟੈਂਡ ਜਿਹੜਾ ਸੀ ਉਹ ਕੀਤਾ ਜਾ ਰਿਹਾ। ਹੁਣ ਇਹ ਜੁਲਾਈ 21 ਨੂੰ ਖੁੱਲ੍ਹਣਾ ਸੀ,
लेकिन जुलाई 21 ਨੂੰ ਖੁੱਲਣ ਦੀ ਬਜਾਏ ਹੁਣ 30 ਦਿਨ ਹੋਰ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਸੋ ਹੁਣ ਇਹ ਅਗਸਤ 21 ਨੂੰ ਖੋਲ੍ਹਿਆ ਜਾ ਸਕਦਾ ਹੈ, ਲੇਕਿਨ ਖੁੱਲ੍ਹੇਗਾ ਕਿ ਨਹੀਂ ਹਲੇ ਕਿਹਾ ਨਹੀਂ ਜਾ ਸਕਦਾ। ਜੇ ਅਸੀਂ ਸਿੰਪਲੀ ਦੇਖਦੇ ਹਾਂ ਤਾਂ ਅਮਰੀਕਾ ਵੱਲੋਂ ਕੈਨੇਡਾ ਦੇ ਜਿੰਨੇ ਵੀ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਪ੍ਰੈਸ਼ਰ ਬਹੁਤ ਬਣਿਆ ਹੋਇਆ। 29 ਕਾਂਗਰਸ ਮੈਂਬਰਸ ਨੇ ਜਿਹੜੇ ਕੈਨੇਡਾ ਵਿੱਚ ਬਹੁਤ ਸਾਰੇ ਸਾਡੀ ਸਰਕਾਰ ਨੂੰ ਚਿੱਠੀਆਂ ਤੱਕ ਲਿਖੀਆਂ ਨੇ। ਉਹਨਾਂ ਦੇ ਬੜੇ ਲੰਬੇ ਪ੍ਰੇਮ ਪੱਤਰ ਜਿਹੜੇ ਨੇ ਸਾਡੀ ਸਰਕਾਰ ਤੱਕ, ਕੈਨੇਡਾ ਦੀ ਸਰਕਾਰ ਤੱਕ ਪਹੁੰਚੇ ਨੇ ਕਿ ਬਾਰਡਰਸ ਨੂੰ ਬੰਦ ਕਰਨਾ ਸਹੀ ਨਹੀਂ ਹੈ, ਬਾਰਡਰਸ ਨੂੰ ਖੋਲ੍ਹ ਦਿੱਤਾ ਜਾਣਾ ਚਾਹੀਦਾ। ਵਲ ਕਿਸ ਤਰ੍ਹਾਂ ਖੋਲ੍ਹ ਦਿੱਤਾ ਜਾਣਾ ਚਾਹੀਦਾ? ਇੱਕ ਕੈਨੇਡਾ ਦਾ ਜੇ ਅਸੀਂ ਵੇਖਦੇ ਹਾਂ ਅੰਕੜਾ ਕਿ ਕਰੋਨਾ ਵਾਇਰਸ ਦੇ ਕੇਸਿਸ ਇੱਥੇ ਬਹੁਤ ਜ਼ਿਆਦਾ ਘੱਟ ਨੇ, ਔਰ ਉਹਨੇ ਜਿੰਨੇ ਕਿ 2 ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਅਮਰੀਕਾ ਦੇ ਵਿੱਚ ਹੁੰਦੇ ਨੇ ਉਹਨੇ ਟੋਟਲ ਕੈਨੇਡਾ ਦੇ ਵਿੱਚ ਨੇ। ਇੱਕ ਦਿਨ ਦੇ ਵਿੱਚ ਅਮਰੀਕਾ ਦੇ ਵਿੱਚ 68 ਤੋਂ 70 ਹਜ਼ਾਰ ਤੱਕ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਔਰ ਉਸ ਟਾਈਮ ਜੇ ਬਾਰਡਰਸ ਬੰਦ ਨੇ ਤਾਂ ਉਹ ਕੈਨੇਡੀਅਨਸ ਦੀ ਸੇਫਟੀ ਲਈ ਬੰਦ ਕੀਤੇ ਗਏ ਨੇ। ਲੇਕਿਨ 29 ਜਿਹੜੇ ਨੇ ਉਹ ਕਾਂਗਰਸਮੈਨ ਵੱਲੋਂ ਜਦੋਂ ਚਿੱਠੀਆਂ ਆਉਂਦੀਆਂ ਨੇ ਜਾਂ ਫਿਰ ਸਾਡੇ ਮਿਸਟਰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਉੱਧਰ ਗੱਲਬਾਤ ਕਰਦੇ ਨੇ ਤਾਂ ਸਾਰੀਆਂ ਚੀਜ਼ਾਂ ਡਿਸਕਸ ਹੋ ਰਹੀਆਂ ਨੇ। ਲੇਕਿਨ ਵੈਲ ਪਬਲਿਕ ਇਹਦੇ ਵਿੱਚ ਕੀ ਚਾਹੁੰਦੀ ਹੈ ਇਹ ਵੀ ਸੋਚਣ ਵਾਲੀ ਗੱਲ ਜ਼ਰੂਰ ਹੁੰਦੀ ਹੈ। ਇੱਕ ਪੋਲ ਕੀਤਾ ਗਿਆ, ਟੋਰਾਂਟੋ ਗਲੋਬ ਵੱਲੋਂ ਇੱਕ ਪੋਲ ਜਿਹੜਾ ਹੈ ਉਹ ਕਰਵਾਇਆ ਗਿਆ। ਸਾਰੀ ਆਮ ਜਨਤਾ ਨੂੰ ਪੁੱਛਿਆ ਗਿਆ ਕਿ ਪੋਲੀਟੀਸ਼ੀਅਨਸ ਨੂੰ ਛੱਡ ਦਿਓ ਜਾਂ ਫਿਰ ਮਿਸਟਰ ਟਰੰਪ ਤੇ ਮਿਸਟਰ ਟਰੂਡੋ ਦੀ ਗੱਲਬਾਤ ਨੂੰ ਛੱਡੋ, ਤੁਸੀਂ ਦੱਸੋ ਕਿ ਤੁਸੀਂ ਐਜ਼ ਅ ਕੈਨੇਡੀਅਨ ਚਾਹੁੰਦੇ ਹੋ ਕਿ ਇਹ ਬਾਰਡਰਸ ਓਪਨ ਹੋ ਜਾਣ। ਦੋਸਤੋ ਤੁਸੀਂ ਜਾਣ ਕੇ ਹੈਰਾਨ ਹੋਵੋਗੇ 81% ਲੋਕਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਅਮਰੀਕਾ ਆਪਣੇ ਸਾਰੇ ਦੇ ਸਾਰੇ ਕੇਸਿਸ ਨੂੰ ਕੰਟਰੋਲ ਨਹੀਂ ਕਰ ਲੈਂਦਾ ਉਹ ਕਹਿੰਦੇ ਉਦੋਂ ਤੱਕ ਬਾਰਡਰਸ ਬੰਦ ਰਹਿਣੇ ਚਾਹੀਦੇ ਨੇ। ਵੈਲ ਉਹਦੇ ਵਿੱਚੋਂ 14% ਨੇ ਜਿਨ੍ਹਾਂ ਨੇ ਇਹ ਕਿਹਾ ਹੈਗਾ ਉਹ ਕਹਿੰਦੇ ਵੀ ਠੀਕ ਹੈ ਉਧਰ ਹਾਲਾਤ US ਦੇ ਵਿੱਚ ਬਹੁਤ ਖਰਾਬ ਨੇ, ਲੇਕਿਨ ਜੇ ਕਿਤੇ ਘੱਟ ਨੇ ਜਿਵੇਂ ਵਾਸ਼ਿੰਗਟਨ 'ਚ ਕੇਸਿਸ ਘੱਟ ਨੇ, ਇੱਧਰੋਂ BC ਦੇ ਵਿੱਚ ਘੱਟ ਨੇ, ਉੱਥੇ ਖੋਲ੍ਹ ਦਿਓ। ਵੈਲ ਜੇ ਵਾਸ਼ਿੰਗਟਨ ਤੋਂ ਲੋਕ ਇੱਧਰ ਆਉਣਗੇ ਤਾਂ ਉੱਥੋਂ ਆਏ ਤਾਂ ਨਹੀਂ ਕਿਹਾ ਜਾ ਸਕਦਾ ਕਿ ਟੈਕਸਸ ਦੇ ਜਾਂ ਕੈਲੀਫੋਰਨੀਆ ਦੇ ਲੋਕ ਇੱਧਰ ਨੂੰ ਨਾ ਆਉਣ। ਇਹ ਤਾਂ ਗੱਲ ਥੋੜ੍ਹੀ ਖਰਾਬ ਹੋ ਸਕਦੀ ਹੈ। ਫਿਰ ਬਾਕੀ 3% ਦਾ ਕਹਿਣਾ ਇਹ ਸੀ, ਉਹ ਕਹਿੰਦੇ ਇਹਨਾਂ ਨੂੰ ਅੱਜ ਹੀ ਖੋਲ੍ਹ ਦਿੱਤਾ ਜਾਣਾ ਚਾਹੀਦਾ। ਸਾਰੀ ਦੁਨੀਆ ਦੇ ਵਿੱਚ ਹੀ ਕਰੋਨਾ ਵਾਇਰਸ ਫੈਲਿਆ ਹੋਇਆ, ਬਟ ਕੰਟਰੋਲ ਤਾਂ ਕੈਨੇਡੀਅਨ ਸਰਕਾਰ ਨੇ ਤੇ ਅਸੀਂ ਸਭ ਨੇ ਕੀਤਾ, ਅਮਰੀਕਨਸ ਨੇ ਨਹੀਂ ਕੀਤਾ। ਉਹਨਾਂ ਨੂੰ ਇੱਧਰ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਜਾਵੇ? ਬਾਕੀ 2% ਉਹਦੇ ਵਿੱਚੋਂ ਅਜਿਹੇ ਵੀ ਲੋਕ ਸੀ ਜਿਸ ਤਰ੍ਹਾਂ ਕਿ ਅਕਸਰ ਹੀ ਹੁੰਦੇ ਆ ਜਿਹੜੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਨਹੀਂ ਖੁੱਲ੍ਹਣਾ ਚਾਹੀਦਾ, ਪਤਾ ਨਹੀਂ ਖੁੱਲ੍ਹਣਾ ਚਾਹੀਦਾ, ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਬਟ ਸਰਕਾਰਾਂ ਦੀ ਮਰਜ਼ੀ ਹੈ। ਇਹ ਜਿਹੇ ਲੋਕ ਵੀ ਸਾਡੇ ਅਕਸਰ ਹੀ ਨਾਲ ਹੁੰਦੇ ਨੇ, ਬਟ 81% ਬਹੁਤ ਵੱਡੀ ਗਿਣਤੀ ਜਿਹੜੀ ਹੈ ਆਵਾਮ ਦੀ, ਉਸ ਦਾ ਡਿਸੀਜ਼ਨ ਜਿਹੜਾ ਹੈ ਉਹ ਸਰਕਾਰਾਂ ਦੇ ਨਾਲ ਹੈ ਕਿ ਇਹ ਬਾਰਡਰਸ ਜਿਹੜੇ ਨੇ ਜਦੋਂ ਤੱਕ, ਔਰ ਸਪੈਸ਼ਲੀ ਕਿਹਾ ਇਹ ਜਾ ਰਿਹਾ ਹੈ ਕਿ ਇਸ ਸਾਲ ਦੇ ਐਂਡ ਤੱਕ ਤਾਂ ਬੰਦ ਰਹਿਣੇ ਹੀ ਚਾਹੀਦੇ ਨੇ। ਐਨੀਹਾਓ ਇਸ ਖਬਰ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਸਾਡੀ ਖਾਸ ਖਬਰ ਹੈ, ਹੁਣ ਸਾਰੀ ਦੁਨੀਆ ਦੀਆਂ ਅੱਖਾਂ ਨੇ ਜਿਹੜੀਆਂ, ਸਾਰੀ ਦੁਨੀਆ ਦੇ ਜਿਹੜੇ ਲੋਕ ਨੇ ਉਹਨਾਂ ਦੇ ਦਿਲਾਂ ਦੀ ਧੜਕਨ, ਉਹਨਾਂ ਦੇ ਦਿਮਾਗ ਇੱਕੋ ਚੀਜ਼ ਕਹਿ ਰਹੇ ਨੇ ਕਿ ਕਰੋਨਾ ਵਾਇਰਸ ਖਤਮ ਕਦੋਂ ਹੋਏਗਾ, ਕਰੋਨਾ ਵਾਇਰਸ ਦੀ ਦਵਾਈ ਕਦੋਂ ਆਏਗੀ, ਕਰੋਨਾ ਵਾਇਰਸ ਦੀ ਵੈਕਸੀਨ ਕਦੋਂ ਤਿਆਰ ਹੋਏਗੀ। ਔਰ ਤਕਰੀਬਨ ਬਹੁਤ ਸਾਰੀਆਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਨੇ ਉਹ ਇਸ ਵੈਕਸੀਨ ਨੂੰ ਤਿਆਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਜੇ ਕਿਊਬੈਕ ਦੀ ਗੱਲ ਕਰਦੇ ਹਾਂ, ਸਾਡੇ ਆਪਣੇ ਇੱਕ ਪ੍ਰੋਵਿੰਸ ਦੇ ਵਿੱਚ ਕਰੋਨਾ ਵਾਇਰਸ ਦੀ ਵੈਕਸੀਨ ਦੇ ਤਿਆਰ ਹੋਣ ਦੀ ਇੱਕ ਖਬਰ ਸਾਹਮਣੇ ਆਈ ਹੈ। ਮੈਡੀਕੇਗੋ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਇਹ ਕਹਿੰਦੇ ਕਿ ਅਸੀਂ ਇੱਕ ਤੰਬਾਕੂ ਕੰਪਨੀ ਫਿਲਿਪ ਮੋਰਿਸ ਜਿਹੜੀ ਕਿ ਕਾਫੀ ਫੇਮਸ ਤੰਬਾਕੂ ਕੰਪਨੀ ਹੈ, ਉਹ ਕਹਿੰਦੇ ਉਹਨਾਂ ਨਾਲ ਮਿਲ ਕੇ ਇੱਕ ਵੈਕਸੀਨ ਤਿਆਰ ਕੀਤੀ ਹੈ। ਉਹ ਕਹਿੰਦੇ ਇਹ ਵੈਕਸੀਨ ਅਸੀਂ ਮੰਡੇ ਨੂੰ ਯਾਨੀ ਕਿ ਕੱਲ੍ਹ 180 ਲੋਕਾਂ ਦੇ ਉੱਪਰ ਇਹਦੇ ਟਰਾਇਲ ਸ਼ੁਰੂ ਕੀਤੇ ਨੇ। ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਦੱਸੀ ਹੈ, ਕਹਿੰਦੇ ਇੱਕ ਪਲਾਂਟ ਬੇਸਡ ਜਿਹੜਾ ਹੈ ਉਹ ਅਸੀਂ ਵੈਕਸੀਨ ਬਣਾਈ ਹੈ। ਇਹਦੇ ਵਿੱਚ ਕੈਮੀਕਲਸ ਦੀ ਬਜਾਏ ਪਲਾਂਟ ਬੇਸਡ ਵੈਕਸੀਨ ਹੈ। ਔਰ ਫਿਲਿਪ ਮੋਰਿਸ ਜਿਹੜੀ ਹੈ ਨਾ, ਇਹ ਤੰਬਾਕੂ ਕੰਪਨੀ, ਇਹਨਾਂ ਨੇ ਪਹਿਲਾਂ ਵੀ ਅਜਿਹੇ ਕਾਫੀ ਸਾਰੇ ਟਰਾਇਲਸ ਜਿਹੜੇ ਨੇ ਹੋਰ ਚੀਜ਼ਾਂ ਦੇ ਉੱਪਰ ਵੀ ਬਣਾਏ ਸੀ, ਕੀਤੇ ਨੇ। ਕਾਫੀ ਵੱਡੀ ਕੰਪਨੀ ਹੈ। ਔਰ ਉਹਨਾਂ ਦਾ ਮੰਨਣਾ ਇਹ ਹੈਗਾ, ਉੱਥੋਂ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਬਰੂਸ ਕਲਾਰਕ,
ਉਹ ਕਹਿੰਦੇ ਕੈਨੇਡਾ ਵਿੱਚ ਕੈਨੇਡੀਅਨਸ ਦੇ ਲਈ ਇੱਕ ਕੈਨੇਡੀਅਨ ਕੰਪਨੀ ਨੇ ਜਿਹੜੀ ਹੈ ਇਹ ਵੈਕਸੀਨ ਤਿਆਰ ਕੀਤੀ ਹੈ ਔਰ ਜਦੋਂ ਇਹ ਵੈਕਸੀਨ ਤਿਆਰ ਹੋਗੀ ਇਹ ਯੂਐਸ ਤੇ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਅਵੇਲੇਬਲ ਹੋਏਗੀ। ਉਹ ਕਹਿੰਦੇ ਜਿਹੜੀ ਮੈਡੀਕੇਗੋ ਨੇ ਕਿਹਾ ਹੈਗਾ, ਉਹ ਕਹਿੰਦੇ ਕਿ ਅਸੀਂ 2021 ਦੇ ਵਿੱਚ ਸਾਡੀ ਕੋਸ਼ਿਸ਼ ਹੈ ਹਾਲੇ ਤੱਕ, ਕਿਉਂਕਿ ਟਰਾਇਲ ਸ਼ੁਰੂ ਕੀਤੇ ਗਏ ਨੇ, ਜੇ ਇਹ ਟਰਾਇਲ ਬਿਲਕੁਲ ਕੰਪਲੀਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਇਹ ਦਵਾਈ ਬਹੁਤ ਜ਼ਿਆਦਾ ਵਧੀਆ ਹੈ, ਇਹ ਵੈਕਸੀਨ ਬਹੁਤ ਜ਼ਿਆਦਾ ਵਧੀਆ ਹੈ, ਉਹ ਕਹਿੰਦੇ 2021 ਤੱਕ ਅਸੀਂ 100 ਮਿਲੀਅਨ ਡੋਜ਼ ਜਿਹੜੀ ਹੈ ਉਹ ਤਿਆਰ ਕਰ ਦੇਣੀ ਹੈ, ਵਿਚ ਇਜ਼ ਵੈਰੀ ਗੁੱਡ। ਲੈਟਸ ਹੋਪ ਫॉर द बेस्ट। ਯੂ ਨੋ ਵਟ, ਕਿਤੇ ਵੀ ਦਵਾਈ ਤਿਆਰ ਹੋਵੇ ਡਜ਼ਨਟ ਮੈਟਰ, ਲੇਕਿਨ ਕੋਈ ਇੱਕ ਦਵਾਈ ਅਜਿਹੀ ਤਿਆਰ ਹੋਣੀ ਚਾਹੀਦੀ ਹੈ ਜਿਹੜੀ ਸਾਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਨੂੰ ਠੱਲ ਪਾ ਸਕੇ, ਕਿਉਂਕਿ ਜਿਸ ਹਿਸਾਬ ਦੇ ਨਾਲ ਤਕਰੀਬਨ 2 ਲੱਖ ਕੇਸਿਸ ਐਵਰੀ ਸਿੰਗਲ ਡੇ ਵੱਧ ਰਹੇ ਨੇ, ਉਹ ਚਿੰਤਾ ਦਾ ਵਿਸ਼ਾ ਹੈ। ਔਰ ਇਹ ਉਦੋਂ ਤੱਕ ਵਧੀ ਜਾਣੇ ਨੇ ਕਿਉਂਕਿ ਲੋਕਾਂ ਨੂੰ ਫੜ ਕੇ ਘਰੇ ਨਹੀਂ ਬਿਠਾਇਆ ਜਾ ਸਕਦਾ, ਇਹ ਉਦੋਂ ਤੱਕ ਵਧੀ ਜਾਣੇ ਨੇ ਜਦ ਤੱਕ ਜਾਂ ਤਾਂ ਦਵਾਈ ਨਹੀਂ ਆ ਜਾਂਦੀ ਤੇ ਜਾਂ ਫਿਰ ਵੈਕਸੀਨ ਨਹੀਂ ਆ ਜਾਂਦੀ। ਵਲ ਦੋਸਤੋ, ਹੋਰ ਖਬਰਸਾਰ ਜਿਹੜੀ ਅੱਜ ਸਾਡੇ ਕੋਲੇ ਹੈਗੀ ਹੈ ਉਹ ਵੀ ਕਾਫੀ ਇੰਟਰਸਟਿੰਗ ਹੈ। ਅੱਗੇ ਚੱਲ ਕੇ ਤੁਹਾਨੂੰ ਇੱਕ ਰੈਸਟੋਰੈਂਟ ਦੀ ਖਬਰਸਾਰ ਦੱਸਦੀ ਹਾਂ, ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਕਿਤੇ ਵੀ ਚਲੇ ਜਾਈਏ ਇਹ ਨਹੀਂ ਪਤਾ ਕਿ ਕਰੋਨਾ ਵਾਇਰਸ ਕਿਹੜੀ ਜਗ੍ਹਾ 'ਤੇ ਸਾਨੂੰ ਚੰਬੜ ਜੇ, ਕਿਹੜੀ ਜਗ੍ਹਾ 'ਤੇ ਸਾਡੇ ਮੋਢਿਆਂ 'ਤੇ ਬੈਠੇ ਤੇ ਸਾਡੇ ਘਰਾਂ ਤੱਕ ਪਹੁੰਚ ਜੇ। ਔਰ ਅੱਜ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਕਹਿੰਦੇ ਜੀ BC ਦੀ ਸੈਂਟਰਸ ਫॉर ਡਿਜ਼ੀਜ਼ ਕੰਟਰੋਲ ਨੇ ਇੱਕ ਅਨਾਊਂਸਮੈਂਟ ਕੀਤੀ ਹੈ। ਉਹ ਕਹਿੰਦੇ 2 ਡੋਮੈਸਟਿਕ ਤੇ 2 ਇੰਟਰਨੈਸ਼ਨਲ, ਸੋ 4 ਜਹਾਜ਼ ਨੇ ਜਿਹੜੇ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਕੇਸਿਸ ਲੱਭੇ ਨੇ ਜਿਹੜੇ ਕਿ ਵੈਨਕੂਵਰ ਪਹੁੰਚੇ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਰੇ ਦੇ ਸਾਰੇ ਜਹਾਜ਼ਾਂ ਦੇ ਨੰਬਰਸ ਦੱਸੇ ਨੇ, ਉਹਨਾਂ ਦੇ ਦੱਸੇ ਨੇ ਕਿ ਕਿਹੜੀਆਂ 에ਅਰਲਾਈਨ ਸੀ, ਤਾਂ ਕਿ ਜੇ ਤੁਸੀਂ ਕਿਸੇ ਨੇ ਵੀ ਉਹਨਾਂ ਜਹਾਜ਼ਾਂ ਦੇ ਵਿੱਚ ਸਫ਼ਰ ਕੀਤਾ ਤਾਂ ਤੁਸੀਂ ਆਪਣੇ ਆਪ ਨੂੰ 14 ਦਿਨਾਂ ਵਾਸਤੇ ਕੁਆਰੰਟਾਈਨ ਕਰੋ। ਜੇ ਤੁਹਾਨੂੰ ਕੋਈ ਵੀ ਸਿੰਪਟਮਸ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ, ਤੁਸੀਂ ਰਾਈਟ ਅਵੇ ਜਾ ਕੇ ਚੈੱਕ ਕਰਵਾਓ। ਕਿਹਨੇ ਸੋਚਿਆ ਸੀ ਅਜਿਹੇ ਹਾਲਾਤ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਬਣ ਜਾਣੇ ਆ। ਐਨੀਹਾਓ, ਸਾਡੇ ਕੋਲੇ ਜਿਹੜੀਆਂ ਡੋਮੈਸਟਿਕ 에ਅਰਲਾਈਨਸ ਹੈ ਉਹਦੇ ਵਿੱਚ 에ਅਰ ਕੈਨੇਡਾ ਫਲਾਈਟ ਨੰਬਰ 8421, ਉਹ ਕਹਿੰਦੇ ਜੀ ਇਹ ਜੁਲਾਈ 6 ਨੂੰ ਕਲੋਨਾ ਤੋਂ ਚੱਲ ਕੇ ਵੈਨਕੂਵਰ ਇਹ ਫਲਾਈਟ ਪਹੁੰਚੀ ਸੀ। ਉਹਦੇ ਵਿੱਚ ਕਰੋਨਾ ਪੋਜ਼ੀਟਿਵ ਜਿਹੜੇ ਨੇ ਉਹ ਲੋਕ ਪਾਏ ਗਏ ਨੇ। ਉਸ ਤੋਂ ਬਾਅਦ 에ਅਰ ਕੈਨੇਡਾ ਫਲਾਈਟ ਨੰਬਰ 311, ਇਹ ਜੁਲਾਈ 8 ਨੂੰ ਇਹ ਮੌਂਟਰੀਅਲ ਤੋਂ ਚੱਲ ਕੇ ਵੈਨਕੂਵਰ ਪਹੁੰਚੀ ਸੀ। ਇਹਦੇ ਵਿੱਚ ਵੀ ਕਰੋਨਾ ਦੇ ਕੇਸਿਸ ਜਿਹੜੇ ਪਾਏ ਗਏ ਨੇ, ਕਿਉਂਕਿ ਲੋਕ ਬਹੁਤ ਨੇੜੇ ਬੈਠਦੇ ਨੇ। ਔਰ 에ਅਰ ਕੈਨੇਡਾ ਨੇ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਹੁਣ ਵਿਚਾਲੇ ਵਾਲੀ ਲਾਈਨ ਜਿਹੜੀ ਆ ਉਹ ਖਾਲੀ ਨਹੀਂ ਛੱਡਿਆ ਕਰਨੀ, ਸਾਰੀ ਫਲਾਈਟ ਭਰੀ ਜਾਇਆ ਕਰੇਗੀ। ਵਲ ਦੇਖਦੇ ਆ ਜੀ ਹੁਣ ਬਣਦਾ ਕੀ ਹੈ। ਇਸ ਤੋਂ ਬਾਅਦ ਫਿਰ ਦੂਸਰੀ ਜਿਹੜੀ ਹੈ ਇੰਟਰਨੈਸ਼ਨਲ ਫਲਾਈਟਸ ਹੈ ਅਮਰੀਕਨ 에ਅਰਲਾਈਨਸ ਫਲਾਈਟ ਨੰਬਰ 1270 ਜੁਲਾਈ 6 ਨੂੰ ਡੈਲਸ ਤੋਂ ਚੱਲੀ ਸੀ ਤੇ ਉਸ ਤੋਂ ਬਾਅਦ ਉਹ ਵੈਨਕੂਵਰ ਪਹੁੰਚੀ ਹੈ। ਤੇ ਫਿਰ ਚੌਥੀ ਫਲਾਈਟ ਹੈ ਜਿਹੜੀ ਉਹ ਯੂਨਾਈਟਿਡ 에ਅਰਲਾਈਨਸ ਫਲਾਈਟ ਨੰਬਰ 375 ਜੁਲਾਈ 7 ਨੂੰ ਇਹ ਸੈਨ ਫਰਾਂਸਿਸਕੋ ਤੋਂ ਵੈਨਕੂਵਰ ਪਹੁੰਚੀ ਹੈ। ਔਰ ਦੋਸਤੋ, ਜਿਹੜੀ CDC ਜਦੋਂ ਇਹ ਸਾਰੀਆਂ ਚੀਜ਼ਾਂ ਵੇਖਦੀ ਹੈ ਉਸ ਵਕਤ ਇਹ ਪਹਿਲਾਂ ਤਾਂ ਹੁੰਦਾ ਨਹੀਂ ਸੀ, ਲੇਕਿਨ ਹੁਣ ਇਹ ਸਾਰੇ ਫਲਾਈਟ ਨੰਬਰਸ ਤੱਕ ਨਾਲ ਦਿੰਦੇ ਨੇ। ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਇਸ ਟਾਈਮ ਸੈਨ ਫਰਾਂਸਿਸਕੋ ਤੋਂ ਆਏ ਨੇ, ਹੁਣੇ ਡੈਲਸ ਤੋਂ ਆਏ ਨੇ, ਵੈਸੇ ਵੀ ਸੈਨ ਫਰਾਂਸਿਸਕੋ ਕੈਲੀਫੋਰਨੀਆ, ਡੈਲਸ ਟੈਕਸਸ, ਉਹਨਾਂ ਦੋਨੋਂ ਜਗ੍ਹਾ ਦੇ ਉੱਪਰ ਜਿਹੜੀ ਕਰੋਨਾ ਵਾਇਰਸ ਦੀ ਆਊਟਬ੍ਰੇਕ ਉਹ ਬਹੁਤ ਜ਼ਿਆਦਾ ਹੈ। ਸੋ ਉੱਥੋਂ ਜਿਹੜੀਆਂ ਫਲਾਈਟ ਸਾਰੀਆਂ ਵੈਸੇ ਤਾਂ ਉਹਨਾਂ ਨੂੰ ਸਾਰੀਆਂ ਹੀ ਚੈੱਕ ਕਰਕੇ ਬੁਲਾਉਣੀਆਂ ਚਾਹੀਦੀਆਂ ਨੇ। ਐਨੀਹਾਓ, ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਕਲੋਨਾ ਤੋਂ ਆਏ ਨੇ ਜਾਂ ਫਿਰ ਜਿਹੜੇ ਮੌਂਟਰੀਅਲ ਤੋਂ ਆਏ ਨੇ, ਜਿਹੜੇ ਡੈਲਸ ਤੋਂ ਆਏ ਨੇ ਜਾਂ ਸੈਨ ਫਰਾਂਸਿਸਕੋ ਤੋਂ ਵੈਨਕੂਵਰ ਪਹੁੰਚੇ ਨੇ, ਪਲੀਜ਼ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਕਿਉਂਕਿ ਜੇ ਕੋਈ ਵਿਅਕਤੀ ਕਰੋਨਾ ਵਾਇਰਸ BC ਦੇ ਵਿੱਚ ਲੈ ਕੇ ਆ ਰਿਹਾ ਤਾਂ ਅਸੀਂ ਸਾਰੇ ਖਤਰੇ ਦੇ ਵਿੱਚ ਹਾਂ। ਲੇਕਿਨ ਕੱਲੀਆਂ ਫਲਾਈਟਸ ਨਹੀਂ, ਅੱਜ ਕੱਲ੍ਹ ਹਾਲਾਤ ਇਹ ਬਣੇ ਹੋਏ ਨੇ ਵੀ ਕਿੱਥੇ ਅਸੀਂ ਜਾਈਏ ਤੇ ਕਰੋਨਾ ਵਾਇਰਸ ਦਾ ਪਤਾ ਨਹੀਂ। ਇਹ ਨਹੀਂ ਪਤਾ ਹੈ ਜਿਹੜਾ ਵਿਅਕਤੀ ਸਾਡੇ ਬਿਲਕੁਲ ਸਾਹਮਣੇ ਖੜਾ ਉਹਦੇ ਹਾਲਾਤ ਕੀ ਨੇ, ਉਹ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ। ਇਹ ਸਾਰਾ ਕੁਝ ਵੇਖਦੇ ਹੋਏ ਬਹੁਤ ਡਰ ਲੱਗਦਾ। ਐਂਡ ਇੱਕ ਜਿਹੜੀ ਹੋਰ ਦੂਸਰੀ ਖਬਰ ਆਈ ਹੈ, ਇਟਸ ਕਾਈਂਡ ਆਫ ਡਿਸਕਸਟਿੰਗ, ਬਟ ਖਬਰ ਹੈ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਦੋਸਤੋ,
ਮਿਸਟਰ ਸ਼ਾਨ ਡੇਵਿਸ, ਇਹ ਇੱਕ ਵਿਅਕਤੀ ਹੈ ਜੋ ਕਹਿੰਦੇ ਕਿ ਮੈਂ ਟਿਮ ਹਾਰਟਨ ਦਾ ਬਹੁਤ ਵੱਡਾ ਫੈਨ ਹਾਂ। ਟਿਮ ਹਾਰਟਨਸ ਦੇ ਉੱਪਰ ਹਰ ਰੋਜ਼ ਮੈਂ ਕਾਫੀ ਤੇ ਸੈਂਡਵਿਚ ਲੈ ਕੇ ਆਪਣਾ ਦਿਨ ਸ਼ੁਰੂ ਕਰਦਾ। ਉਹਨਾਂ ਨੇ ਕੀ ਕੀਤਾ ਕਿ ਉਹ ਹਾਰਬਰ ਸੈਂਟਰ ਵੈਨਕੂਵਰ ਦੇ ਵਿੱਚ ਉਹਨਾਂ ਨੇ ਟਿਮ ਹਾਰਟਨਸ 'ਤੇ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਕਾਫੀ, ਇੱਕ ਹੈਸ਼ ਬਰਾਊਨ ਤੇ 2 ਸੈਂਡਵਿਚਸ ਜਿਹੜੇ ਸੀ ਉਹ ਆਰਡਰ ਕੀਤੀ। ਉਹ ਕਹਿੰਦੇ ਜਦੋਂ ਮੈਂ ਇਹ ਸਾਰਾ ਕੁਝ ਲਿਆ, ਕਾਫੀ ਮੈਂ ਆਪਣੀ ਕਾਰ ਦੇ ਵਿੱਚ ਰੱਖ ਲਈ, ਆਪਣੇ ਲਿਫਾਫੇ ਦੇ ਵਿੱਚ ਮੈਂ ਆਪਣਾ ਹੱਥ ਪਾਇਆ, ਉਹਦੇ ਵਿੱਚੋਂ ਹੈਸ਼ ਬਰਾਊਨ ਕੱਢਿਆ ਤੇ ਮੈਂ ਉਸ ਤੋਂ ਬਾਅਦ ਖਾ ਲਿਆ। ਉਸ ਤੋਂ ਬਾਅਦ ਮੈਂ ਦੁਬਾਰਾ ਆਪਣੇ ਲਿਫਾਫੇ ਦੇ ਵਿੱਚ ਜਦੋਂ ਹੱਥ ਪਾਇਆ ਤਾਂ ਸੈਂਡਵਿਚ ਦੀ ਬਜਾਏ ਮੇਰੇ ਕੋਲੇ ਗੰਦੇ ਗਲਵਜ਼ ਨਿਕਲੇ। ਉਹ ਗਲਵਜ਼ ਜਿਹੜੇ ਕਿ ਯੂਜ਼ਡ ਸੀ, ਜਿਹਦੇ ਤੇ ਬਹੁਤ ਕੁਝ ਲੱਗਿਆ ਹੋਇਆ ਸੀ, ਔਰ ਕਿਸੇ ਇੰਪਲੋਈ ਨੇ ਜਿਸ ਤਰ੍ਹਾਂ ਕਿ ਦੋਨੋਂ ਗਲਵਜ਼ ਇਕੱਠੇ ਕਰਕੇ ਆਪਾਂ ਉਤਾਰਦੇ ਹਾਂ, ਉਤਾਰ ਕੇ ਮੇਰੇ ਬੈਗ ਦੇ ਵਿੱਚ ਸਿੱਟੇ ਹੋਏ ਜਿਹੜੇ ਸੀਗੇ। ਉਹ ਕਹਿੰਦੇ ਮੇਰਾ ਸਾਰਾ ਕੁਝ ਜਿੰਨਾ ਖਾਧਾ ਪੀਤਾ ਸੀ ਸਾਰਾ ਕੁਝ ਬਾਹਰ ਆਉਣ ਵਾਸਤੇ ਜਿਹੜਾ ਹੋਇਆ। ਉਸ ਤੋਂ ਬਾਅਦ ਮੈਂ ਇਸ ਜਿਹੜੀ ਫਰੈਂਚਾਈਜ਼ ਲੋਕੇਸ਼ਨ ਹੈ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਮੁਆਫੀ ਮੰਗੀ। ਉਹ ਕਹਿੰਦੇ ਲੇਕਿਨ ਮੈਨੂੰ ਇਹਦੇ ਨਾਲ ਤਸੱਲੀ ਨਹੀਂ ਹੋਈ, ਮੈਂ ਕਾਰਪੋਰੇਟ ਆਫਿਸ ਨੂੰ ਕਾਲ ਕੀਤੀ, ਮੈਂ ਉੱਥੇ ਕੰਪਲੇਂਟ ਕੀਤੀ, ਲੇਕਿਨ ਕਾਰਪੋਰੇਟ ਆਫਿਸ ਨੇ ਮੇਰੀ ਕੋਈ ਗੱਲ ਨਹੀਂ ਪੁੱਛੀ। ਲੇਕਿਨ ਫਿਰ ਉਸੇ ਫਰੈਂਚਾਈਜ਼ ਜਿਹੜੀ ਉਹ ਲੋਕੇਸ਼ਨ ਹੈ ਉਹਨਾਂ ਦੀ ਦੁਬਾਰਾ ਤੋਂ ਮੈਨੂੰ ਕਾਲ ਆਈ। ਉਹ ਕਹਿੰਦੇ ਅਸੀਂ ਮੁਆਫੀ ਮੰਗਦੇ ਹਾਂ, ਅਸੀਂ ਤੁਹਾਡੇ ਪੈਸੇ ਵਾਪਸ ਕਰ ਦਿੰਦੇ ਹਾਂ, ਅਸੀਂ ਤੁਹਾਨੂੰ ਹੋਰ ਸੈਂਡਵਿਚਸ ਦੇ ਦਿੰਦੇ ਹਾਂ। ਲੇਕਿਨ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਐਂਡ ਪ੍ਰੋਬਲਮ ਕਿੱਥੇ ਹੈ? ਮਿਸਟਰ ਸ਼ਾਨ ਦਾ ਕਹਿਣਾ ਹੈਗਾ ਕਿ ਜਦੋਂ ਮੈਂ ਉੱਥੇ ਮੈਨੇਜਰ ਇਸ ਤੋਂ ਬਹੁਤ ਜ਼ਿਆਦਾ ਸੀਰੀਅਸਲੀ ਲੈ ਰਿਹਾ, ਉਹ ਕਹਿੰਦੇ ਮੈਂ ਐਪਰੀਸ਼ੀਏਟ ਕਰ ਰਿਹਾ, ਲੇਕਿਨ ਮੈਨੇਜਰ ਨੇ ਜਾਣ ਵੇਲੇ ਮੈਨੂੰ ਕਿਹਾ, ਉਹ ਕਹਿੰਦੇ ਅਸੀਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਜਿਹੇ ਗਲਵਜ਼ ਤੁਹਾਡੇ ਬੈਗ ਦੇ ਵਿੱਚ ਨੇ, ਇੱਕ ਵਾਰੀ ਜਾ ਕੇ ਤੁਸੀਂ ਆਪਣਾ ਚੈੱਕਅਪ ਕਰਵਾ ਲਿਓ। ਹਾਂ, ਡਾਕਟਰ ਤੇ ਚੈੱਕਅਪ ਹੋਣਾ ਇਹਦੇ ਵਾਸਤੇ ਵੀ ਜ਼ਰੂਰੀ ਹੈ, ਕਿਉਂਕਿ ਹੁਣ ਇਹ ਗਲਵਜ਼ ਆਏ ਕਿੱਥੋਂ ਨੇ? ਇਹ ਗਲਵਜ਼ ਜਾਣ ਕੇ ਪਾਏ ਗਏ ਨੇ, ਇਹ ਕਿਸੇ ਇੰਪਲੋਈ ਦੀ ਗਲਤੀ ਦੇ ਨਾਲ ਮਿਸਟੇਕ ਸੀ, ਇਹ ਸਾਰਾ ਕੁਝ ਵੀ ਕਲੀਅਰ ਨਹੀਂ ਹੈ। ਔਰ ਮਿਸਟਰ ਸ਼ਾਨ ਡੇਵਿਸ ਦਾ ਮੰਨਣਾ ਇਹ ਹੈਗਾ, ਉਹ ਕਹਿੰਦੇ ਕਿ ਮੈਂ ਟਿਮ ਹਾਰਟਨਸ ਦਾ ਬਹੁਤ ਵੱਡਾ ਫੈਨ ਹਾਂ, ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਕੈਨੇਡੀਅਨਸ ਜਿਹੜੇ ਹੈਗੇ ਨੇ। ਉਹ ਕਹਿੰਦੇ ਮੈਂ ਲੇਕਿਨ ਇਸ ਲੋਕੇਸ਼ਨ 'ਤੇ ਕਦੇ ਦੁਬਾਰਾ ਨਹੀਂ ਜਾਊਂਗਾ, ਐਡੀ ਵੱਡੀ ਗਲਤੀ ਮੈਂ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਔਰ ਜਦੋਂ ਵੀ ਮੈਂ ਹੁਣ ਉਹਨਾਂ ਗੰਦੇ ਗਲਵਜ਼ ਨੂੰ ਆਪਣੇ ਬੈਗ ਦੇ ਵਿੱਚ ਮੈਂ ਉਹਨਾਂ ਨੂੰ ਤਸੱਵਰ ਵੀ ਕਰਦਾ, ਮੈਂ ਉਹਨਾਂ ਦਾ ਸੋਚਦਾ ਵੀ ਹਾਂ, ਤਾਂ ਇੱਕੋ ਦਮ ਮੇਰਾ ਦਿਲ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ। ਵੈਲ ਇਸ ਕੇਸ ਤੋਂ ਬਾਅਦ ਮੈਂ ਸਿਰਫ ਇੱਕ ਰਿਕੁਐਸਟ ਕਰੂੰਗੀ ਕਿ ਅੱਜ ਕੱਲ੍ਹ ਦੇ ਦਿਨ ਜਿਹੜੇ ਨੇ, ਅੱਜ ਕੱਲ੍ਹ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਨਾਜ਼ੁਕ ਨੇ। ਅੱਜ ਕੱਲ੍ਹ ਸਾਨੂੰ ਸਭ ਨੂੰ ਧਿਆਨ ਰੱਖਣਾ ਚਾਹੀਦਾ ਹੈ, ਜੇ ਗਰੋਸਰੀ ਲਈਏ ਕਿਸੇ ਦਾ ਹੱਥ ਨਾ ਲੱਗਿਆ ਹੋਵੇ, ਜੇ ਕੋਈ ਵੀ ਫਰੂਟਸ ਐਂਡ ਵੈਜੀਟੇਬਲਸ ਹੈ ਸਭ ਤੋਂ ਪਹਿਲਾਂ ਧੋ ਕੇ ਆਪਣੇ ਫ੍ਰਿਜ ਦੇ ਵਿੱਚ ਜਾਣ, ਅਤੇ ਜੇ ਅਸੀਂ ਬਾਹਰ ਬੈਠ ਕੇ ਕਿਤੇ ਖਾਂਦੇ ਹਾਂ ਤਾਂ ਜਿਸ ਤਰ੍ਹਾਂ ਕਿ ਕਿਊਬੈਕ ਨੇ ਕੀਤਾ, ਅਤੇ ਹਰ ਜਗ੍ਹਾ 'ਤੇ ਇਨਸਾਈਡ ਮਾਸਕ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਵੈਲ ਦੋਸਤੋ, ਇਸ ਤੋਂ ਬਾਅਦ ਸਾਡੇ ਕੋਲ ਇੱਕ ਆਖਰੀ ਖਬਰ ਹੋਰ ਹੈ। ਤੁਸੀਂ ਜਾਣ ਕੇ ਬਹੁਤ ਹੈਰਾਨ ਹੋਵੋਗੇ ਕਿ ਜਦੋਂ ਦਾ ਇਹ ਪੈਂਡੈਮਿਕ ਸ਼ੁਰੂ ਹੋਇਆ, ਜਦੋਂ ਦੇ ਅਸੀਂ ਇਕੱਲੇ ਰਹਿਣਾ, ਘਰਾਂ ਦੇ ਵਿੱਚ ਬੰਦ ਰਹਿਣਾ ਸਿੱਖਿਆ, ਉਦੋਂ ਦਾ ਮੈਂਟਲ ਸਟ੍ਰੈਸ ਬਹੁਤ ਜ਼ਿਆਦਾ ਵੱਧ ਗਿਆ। ਜੇ ਅਸੀਂ ਵੇਖਦੇ ਹਾਂ BC ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, BC ਦੇ ਵਿੱਚ ਜਦੋਂ ਵੀ ਡਰੱਗਸ ਦੀ ਗੱਲ ਕੀਤੀ ਜਾਂਦੀ ਹੈ, 77 ਲੋਕਾਂ ਦੀ ਮੌਤ ਹੋਈ ਜਨਵਰੀ ਦੇ ਵਿੱਚ ਡਰੱਗਸ ਨਾਲ। ਅਪ੍ਰੈਲ ਦੇ ਵਿੱਚ 113 ਲੋਕ ਡਰੱਗ ਓਵਰਡੋਜ਼ ਨਾਲ ਮਰੇ, ਕਰੋਨਾ ਵਾਇਰਸ ਨਾਲ 24 ਮਰੇ। ਸੋ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ। ਕਰੋਨਾ ਵਾਇਰਸ ਨਾਲ BC ਦੇ ਵਿੱਚ 24 ਮੌਤਾਂ ਹੋਈਆਂ ਮਾਰਚ ਦੇ ਵਿੱਚ, ਅਤੇ ਮਾਰਚ ਦੇ ਵਿੱਚ ਓਵਰਡੋਜ਼ ਨਾਲ 113 ਲੋਕ ਮਰੇ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ BC ਦੇ ਵਿੱਚ ਕਰੋਨਾ ਵਾਇਰਸ ਨਾਲ ਹੋਈਆਂ 87 ਮੌਤਾਂ, ਔਰ ਡਰੱਗ ਓਵਰਡੋਜ਼ ਨਾਲ ਹੋਈਆਂ 118 ਮੌਤਾਂ। ਹੁਣ ਪਿਛਲੇ ਮਹੀਨੇ ਮਈ ਦੇ ਵਿੱਚ ਕਰੋਨਾ ਵਾਇਰਸ ਨਾਲ ਹੋਈਆਂ 53 ਮੌਤਾਂ, ਅਤੇ ਡਰੱਗ ਓਵਰਡੋਜ਼ ਨਾਲ ਹੋਈਆਂ 170 ਮੌਤਾਂ। ਕਰੋਨਾ ਨਾਲੋਂ ਤਾਂ ਡਰੱਗ ਓਵਰਡੋਜ਼ ਸਾਨੂੰ ਕਿੰਨੇ ਗੁਣਾ ਜ਼ਿਆਦਾ ਮਾਰ ਰਿਹਾ, ਔਰ ਇਹ ਡਰੱਗ ਆ ਕਿੱਥੋਂ ਰਹੀ ਹੈ? ਇੰਨੀ ਜਗ੍ਹਾ ਤੋਂ ਆ ਰਹੀ ਹੈ ਜਿਹਦਾ ਤੁਸੀਂ ਹਿਸਾਬ ਵੀ ਨਹੀਂ ਲਗਾ ਸਕਦੇ। ਟੋਰਾਂਟੋ ਪੀਅਰਸਨ ਏਅਰਪੋਰਟ ਦੇ ਉੱਪਰ ਇੱਕ ਐਡੀ ਵੱਡੀ ਕੰਸਾਈਨਮੈਂਟ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ, ਜਿਹਨੂੰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ।
ਉੱਥੇ CPSA ਤੇ RCMP ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਤਾਂ 76 ਸਾਲਾ ਮੇਵਿਸ ਕੋਰੀਟਾ, ਜਿਹਦੇ ਕੋਲ 6.6 ਕਿਲੋ ਡਰੱਗ ਸੀਗੀ। 8 ਛੋਟੇ ਉਹਨੇ ਪੈਕਟ ਬਣਾਏ ਸੀ ਔਰ ਜਿਹੜੇ ਪੈਕਟਸ ਦੇ ਵਿੱਚ ਫੂਡ ਪਾਇਆ ਜਾਂਦਾ ਉਹਦੇ ਵਿੱਚ ਡਰੱਗ ਭਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੀਲ ਕੀਤਾ ਹੋਇਆ ਸੀ। ਐਂਡ ਸ਼ੀ ਵਾਸ 76 ਈਅਰਸ ਓਲਡ, 76 ਸਾਲਾ ਔਰਤ। ਤੇ ਦੂਸਰੀ ਜਿਹੜੀ ਹੈ ਉਹ 31 ਸਾਲਾ ਅਮਾਰੋ ਜੇਨ। ਉਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ 3.85 ਕਿਲੋ ਡਰੱਗਸ ਦੇ ਨਾਲ। ਔਰ ਇਹਨਾਂ ਦੋਨਾਂ ਦੀ ਜੇ ਅਮਾਊਂਟ ਨੂੰ ਦੇਖਦੇ ਹਾਂ, ਪਹਿਲੀ ਡਰੱਗ ਤਕਰੀਬਨ 8,25,000 ਦੇ ਨੇੜੇ ਤੇੜੇ ਇੰਨੀ ਉਹਦੀ ਕੀਮਤ ਹੋਏਗੀ, ਤੇ ਦੂਸਰੀ ਜਿਹੜੀ ਫੜੀ ਗਈ ਹੈ 4,47,500। ਇੰਨੀ ਵੱਡੀ ਕੰਸਾਈਨਮੈਂਟ ਜਿਹੜੀ ਆ ਉਹ ਸਾਡੇ ਕੈਨੇਡਾ ਵਿੱਚ ਪਹੁੰਚ ਰਹੀ ਸੀ। ਬਾਰਡਰਸ ਬੰਦ ਨੇ, ਅੱਜ ਜਿਹੜੇ ਡਰੱਗ ਡੀਲਰਸ ਨੇ ਉਹ ਵੀ ਸਫਰ ਕਰ ਰਹੇ ਨੇ। ਮੰਨਿਆ ਕਿ ਫਿਰ ਵੀ ਹਲੇ ਹੌਲੀ ਬਹੁਤ ਸਾਰੀਆਂ ਖਬਰਾਂ ਸਾਡੇ ਤੱਕ ਰੋਜ਼ ਪਹੁੰਚਦੀਆਂ ਰਹਿੰਦੀਆਂ ਨੇ, ਕਿਹੜੇ ਟਰੱਕ ਦੇ ਵਿੱਚ ਡਰੱਗ ਆਈ, ਕਿਸ ਤਰ੍ਹਾਂ ਡਰੱਗ ਇੱਥੇ ਪਹੁੰਚੀ। ਲੇਕਿਨ ਇਹ ਡਰੱਗ ਅੱਜ ਕੱਲ੍ਹ ਸਾਨੂੰ ਆਮ ਜਿਹੜੇ ਸਮੇਂ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਕਰ ਰਹੀ ਹੈ। ਜੇ ਅਸੀਂ ਧਿਆਨ ਦੇ ਨਾਲ ਵੇਖਦੇ ਹਾਂ ਤਾਂ ਜਿੱਥੇ ਮਈ ਦੇ ਵਿੱਚ ਸਿਰਫ ਔਰ ਸਿਰਫ 53 ਲੋਕ, ਮੌਤ ਤਾਂ ਇੱਕੋ ਹੀ ਬਹੁਤ ਹੈ, ਜੇ 53 ਲੋਕ ਸਿਰਫ ਜਿਹੜੇ ਨੇ ਉਹ ਕਰੋਨਾ ਵਾਇਰਸ ਨਾਲ ਮਰੇ ਨੇ, ਤਾਂ 170 ਮੌਤਾਂ ਜਿਹੜੀਆਂ ਨੇ ਇਕੱਲੇ BC ਦੇ ਵਿੱਚ ਡਰੱਗ ਓਵਰਡੋਜ਼ ਕਰਕੇ ਹੋਈਆਂ। ਦੋਸਤੋ, ਮੰਨਿਆ ਕਿ ਸਮਾਂ ਕੁਝ ਕ੍ਰੂਸ਼ਲ ਹੈ, ਮੰਨਿਆ ਕਿ ਸਮਾਂ ਮਾੜਾ ਹੈ, ਲੇਕਿਨ ਸਾਨੂੰ ਸਭ ਨੂੰ ਧਿਆਨ ਰੱਖਣਾ ਪੈਣਾ ਔਰ ਇਕੱਲੇ ਦਾ ਨਹੀਂ, ਇੱਕ ਦੂਸਰੇ ਦਾ ਨਾਲ। ਵੱਲ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਰਿਹਾ ਜੀ। ਕਮਰਸ਼ੀਅਲ ਬ੍ਰੇਕ ਸਾਡੀ ਬੜੀ ਜਲਦੀ ਹੋਈ ਆ ਜਾਂਦੀ ਹੈ। ਕਮਰਸ਼ੀਅਲ ਬ੍ਰੇਕ ਇੱਕ ਛੋਟੀ ਜਿਹੀ, ਉਸ ਤੋਂ ਬਾਅਦ ਹੁਣੇ ਵਾਪਸ ਆਉਂਦੇ ਹਾਂ ਔਰ ਅੱਜ ਬਹੁਤ ਖਾਸ ਇੰਟਰਵਿਊ ਜਿਹੜੀ ਹੈ ਤੁਹਾਡੇ ਤੱਕ ਲੈ ਕੇ ਆਵਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।